ਵੈਲਕਮ ਬੈਕ ਟੂ ਆਲ ਮਾਈ ਵਿਊਅਰਸ ਔਨ ਮਾਈ YouTube ਚੈਨਲ। ਅੱਜ ਜਿਹੜਾ ਸੈਸ਼ਨ ਅਸੀਂ ਇੱਕ ਸਟਾਰਟ ਕੀਤੇ ਹੋਏ ਸੀ, ਇੱਕ ਡਿਮਾਂਡ ਚੱਲ ਰਹੀ ਸੀ ਬੱਚਿਆਂ ਦੀ ਵੀ ਮੈਥਮੈਟਿਕਸ ਦੇ ਉੱਤੇ ਜਿਹੜੀ ਸਾਡੀ ਸੀਰੀਜ਼ ਆ ਉਹਨੂੰ ਸਟਾਰਟ ਕੀਤਾ ਜਾਵੇ। ਤਾਂ ਉਹੀ ਸੀਰੀਜ਼ ਦਾ ਜਿਹੜਾ ਸੈਕਿੰਡ ਪਾਰਟ ਜਿਹੜਾ ਮੈਂ ਉਹ ਲੈ ਕੇ ਆ ਰਿਹਾ ਹਾਂ। ਫਸਟ ਪਾਰਟ ਦੇ ਵਿੱਚ ਜਿਹੜੇ ਅਸੀਂ 10th ਕਲਾਸ ਦੇ ਜਿਹੜੇ MCQ ਕੀਤੇ ਸੀਗੇ, ਅੱਜ ਉਹਦੀ ਆਨਸਰ ਕੀ ਵੀ ਜਿਹੜੀ ਆ ਉਹ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ। ਅਤੇ ਸੈਕਿੰਡ ਪਾਰਟ ਆਫ MCQ ਦੀ ਜਿਹੜੀ ਸੀਰੀਜ਼ ਆ, ਜਾਣੀ ਕਿ ਕੁਐਸਚਨ ਸੀਰੀਜ਼ ਆ, ਉਹ ਵੀ ਤੁਹਾਨੂੰ ਇਸੇ ਸੀਰੀਜ਼ ਦੇ ਵਿੱਚ ਪ੍ਰੋਵਾਈਡ ਕੀਤੀ ਜਾਏਗੀ। ਅਤੇ ਸਾਰੇ ਬੱਚਿਆਂ ਨੇ ਇਹਦੇ ਆਨਸਰ ਜਿਹੜੇ ਇਹਨਾਂ ਨੂੰ ਮੈਚ ਕਰ ਲੈਣਾ ਵਾ, ਅਤੇ MCQ ਨੂੰ ਰਾਈਟ ਵੀ ਕਰ ਸਕਦੇ ਹੋ, ਕਿਉਂਕਿ ਇਹ ਤੁਹਾਡੇ MCQ ਤੁਹਾਡੇ ਫਾਈਨਲ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਤਾਂ ਸਾਰੇ ਬੱਚਿਆਂ ਨੇ ਇਹਨੂੰ ਕਰਨ ਦੀ ਕੋਸ਼ਿਸ਼ ਕਰਨੀ ਹੈ ਅਤੇ ਟਰਾਈ ਕਰਨੀ ਆ ਵੀ ਜਿੰਨਾ ਜਲਦੀ ਹੋ ਸਕੇ ਉਹਦੇ ਆਨਸਰ ਵੀ ਜਿਹੜੇ ਨੇ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰ ਸਕਦੇ ਹੋ। ਅਤੇ ਜੇਕਰ ਸੀਰੀਜ਼ ਵਧੀਆ ਲੱਗੇ ਤਾਂ ਉਹਨੂੰ ਲਾਈਕ ਕਰ ਦੇਣਾ ਅਤੇ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ। ਜੇਕਰ ਫਿਰ ਵੀ ਕਿਸੇ ਚੀਜ਼ ਦੀ ਹਲੇ ਵੀ ਪ੍ਰੋਬਲਮ ਆ ਰਹੀ ਹੈ ਤਾਂ ਉਹ ਨਾਲ ਦੀ ਨਾਲ ਮੈਨੂੰ ਦੱਸੀ ਜਾਣਾ ਅਤੇ ਮੈਂ ਉਹਦੀ ਸੀਰੀਜ਼ ਜਿਹੜੀ ਆ ਉਹ ਬਣਾਉਂਦਾ ਰਹੂੰਗਾ। ਸਟਾਰਟ ਕਰਦੇ ਹਾਂ। ਦੇਖੋ, ਪਹਿਲੇ ਸੈਸ਼ਨ ਦੇ ਵਿੱਚ ਜਿਹਦੇ ਵਿੱਚ ਅਸੀਂ MCQ ਸੀਰੀਜ਼ ਸਟਾਰਟ ਕੀਤੀ ਹੋਈ ਸੀਗੀ, ਉਹਦੇ ਵਿੱਚ ਅੱਜ ਅਸੀਂ ਜਿਹੜੇ ਨੇ ਆਨਸਰ ਕਰਨੇ ਆ। ਦੇਖੋ, ਫਸਟ ਜਿਹੜਾ ਸੀਗਾ ਮੈਥਸ ਦੇ ਕਾਲਮ ਕਰਨੇ ਸੀਗੇ। ਫਸਟ ਜਿਹੜਾ ਸੀਗਾ √3, ਉਹ ਕੀ ਸੀਗਾ? ਰੈਸ਼ਨਲ ਇਨਰੈਸ਼ਨਲ ਨੰਬਰ ਸੀਗਾ, ਇਹ ਤੁਹਾਨੂੰ ਪਤਾ ਹੀ ਹੈ, ਠੀਕ ਹੈ। ਤਾਂ ਇਹ ਚੀਜ਼ ਤੁਸੀਂ ਦੇਖ ਲੈਣੀ ਆ। ਉਸ ਤੋਂ ਬਾਅਦ ਹੈ ਸੈਕਿੰਡ ਜਿਹੜਾ ਸੀਗਾ 17/8, ਇਹ ਹੈਗਾ ਵਾ ਟਰਮੀਨੇਟਿੰਗ, ਯਾਨੀ ਕਿ ਇਹ ਵੈਲਿਊ ਜਿਹੜੀ ਹੈ ਟਰਮੀਨੇਟ ਹੋ ਸਕਦੀ ਹੈ। 0 ਆਏਗੀ ਵੈਲਿਊ, ਉਹਨੂੰ ਟਰਮੀਨੇਟ ਕਿਹਾ ਜਾਂਦਾ ਜਦੋਂ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ 17 ਨੂੰ 8 ਦੇ ਨਾਲ, ਤਾਂ ਇਹਦੀ ਵੈਲਿਊ ਜਿਹੜੀ ਆਏਗੀ ਉਹ 0 ਆਏਗੀ, ਤਾਂ ਇਹ ਟਰਮੀਨੇਟਿੰਗ ਬਣ ਜਾਂਦੇ ਆ। ਉਸ ਤੋਂ ਬਾਅਦ ਹੈ 2 ਇਜ਼ ਅ ਰੈਸ਼ਨਲ ਨੰਬਰ। ਦੈਨ 17/6, ਇਹ ਕੀ ਆ? ਨਾਨ ਟਰਮੀਨੇਟਿੰਗ। ਇਹਦਾ ਮਤਲਬ ਕੀ ਆ ਵੀ ਜਿਹੜੇ ਕਿ ਟਰਮੀਨੇਟ ਨਹੀਂ ਹੋ ਸਕਦੇ, ਯਾਨੀ ਕਿ ਜਿਨ੍ਹਾਂ ਦੀ ਵੈਲਿਊ ਕੀ ਹੋਏਗੀ ਡਿਵਾਈਡ ਕਰਨ ਤੋਂ ਬਾਅਦ ਰਿਪੀਟ ਕਰਨੀ ਸ਼ੁਰੂ ਕਰ ਦੇਗੀ। ਉਸ ਤੋਂ ਬਾਅਦ ਦੇਖੋ ਕੀ ਆ, ਮੈਸੀ ਕਾਲਮ ਨੇ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਹੁਣ ਇਹਦੇ ਵਿੱਚ ਫਸਟ ਹੈਗਾ ਸੀ ਸਾਡੇ ਕੋਲ ਵੀ A ਇਜ਼ ਨਾਟ ਇਜ਼ ਇਕੁਅਲ ਟੂ B1 A2, ਇਹ ਜਿਹੜਾ ਚੈਪਟਰ ਹੈ ਥਰਡ ਉਹਦੇ ਵਿੱਚੋਂ ਲਿਆ ਜਾਂਦਾ ਵਾ। ਤਾਂ ਇਹਨੂੰ ਅਸੀਂ ਕੀ ਕਹਿੰਦੇ ਹਾਂ? ਯੂਨੀਕ ਸੋਲੂਸ਼ਨ, ਯਾਨੀ ਕਿ ਇਹਦੇ ਵਿੱਚ ਇੱਕ ਸੋਲੂਸ਼ਨ ਨਿਕਲੇਗਾ, ਇਹਨੂੰ ਇਹ ਵੀ ਕਿਹਾ ਜਾਂਦਾ। ਅਤੇ ਪਲੱਸ ਇਹਨੂੰ ਕੀ ਕਿਹਾ ਜਾਂਦਾ? ਕੰਸਿਸਟੈਂਟ ਵੀ ਕਿਹਾ ਜਾਂਦਾ। ਇਹ ਯਾਦ ਰੱਖਣਾ ਵੀ ਜਿਹੜਾ ਯੂਨੀਕ ਸੋਲੂਸ਼ਨ ਹੁੰਦਾ ਉਹ ਕੀ ਹੁੰਦਾ? ਕੰਸਿਸਟੈਂਟ ਵੀ ਹੁੰਦਾ ਵਾ। ਇਹਦਾ ਮਤਲਬ ਕੀ ਹੁੰਦਾ? ਵੀ ਜਿਹੜੀ ਵੈਲਿਊ ਹੋਏਗੀ ਉਹ ਗ੍ਰਾਫ ਦੇ ਵਿੱਚ ਕਿਤੇ ਨਾ ਕਿਤੇ ਕੱਟ ਡਾਊਨ ਕਰੇਗੀ। ਉਸ ਤੋਂ ਬਾਅਦ ਹੁੰਦਾ ਵਾ ਸੈਕਿੰਡ, ਜਿਹਦੇ ਵਿੱਚ ਕੀ ਹੁੰਦਾ ਵਾ? A ਇਜ਼ ਇਕੁਅਲ ਟੂ B ਹੁੰਦਾ ਵਾ, ਬਟ C ਦੇ ਇਕੁਅਲ ਟੂ ਨਹੀਂ ਹੁੰਦਾ ਵਾ। ਤਾਂ ਇਹਦਾ ਮਤਲਬ ਕੀ ਹੁੰਦਾ ਵਾ? ਵੀ ਇਹ ਕੀ ਆ? ਇਹਦੇ ਵਿੱਚ ਹੁੰਦਾ ਵਾ ਮੈਨੀ ਸੋਲੂਸ਼ਨ ਹੋ ਸਕਦੇ ਆ, ਠੀਕ ਹੈ ਵੀ ਇਹਦੇ ਵਿੱਚ ਜਿਹੜੇ ਵੈਲਿਊਜ਼ ਆ ਉਹ ਕੱਟ ਕਰੇਗੀ, ਬਟ ਇਹ ਨਹੀਂ ਪਤਾ ਵੀ ਕਿੱਥੇ ਕੱਟ ਕਰੇਗੀ, ਤਾਂ ਕਰਕੇ ਇਹਨੂੰ ਕੀ ਕਿਹਾ ਜਾਂਦਾ ਵਾ? ਮੈਨੀ ਸੋਲੂਸ਼ਨ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਜਿਹੜਾ ਲਾਸਟ ਵਾਲਾ ਬਚਦਾ ਵਾ ਉਹ ਸਾਡਾ ਕੀ ਹੋਏਗਾ? ਨੋ ਸੋਲੂਸ਼ਨ। ਤੇ ਇਹਨੂੰ ਕੀ ਕਿਹਾ ਜਾਂਦਾ ਵਾ? ਕੰਸਿਸਟੈਂਟ। ਇਹਨੂੰ ਵੀ ਕਿਹਾ ਜਾਂਦਾ, ਇਹਨੂੰ ਇਨਕਨਸਿਸਟੈਂਟ ਕਿਹਾ ਜਾਂਦਾ, ਠੀਕ ਹੈ। ਇਹ ਯਾਦ ਰੱਖਣਾ ਵੀ ਇਨਕਨਸਿਸਟੈਂਟ ਕਿਹਾ ਜਾਂਦਾ। ਇਹਦੇ ਵਿੱਚ ਇਹਦੀ ਪੈਰਲਲ ਲਾਈਨ ਨਿਕਲ ਜਾਂਦੀ ਹੁੰਦੀ ਹੈ, ਤਾਂ ਇਹਨੂੰ ਅਸੀਂ A1 ਇਜ਼ ਇਕੁਅਲ ਟੂ AB ਕਿਹਾ ਜਾਂਦਾ ਵਾ, ਇਹ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਦੇਖੋ ਕੀ ਆ, ਸਮ ਆਫ 3 ਐਂਗਲਸ, ਇਹ ਸਭ ਨੂੰ ਪਤਾ ਵਾ ਵੀ ਕੀ ਹੁੰਦਾ ਵਾ? 180 ਦੇ ਬਰਾਬਰ ਹੁੰਦਾ। ਤੇ ਸਮ ਆਫ 4 ਐਂਗਲਸ ਇਨ ਦੀ ਕੁਆਡਰੀਲੇਟਰਲ ਉਹ ਕਿੰਨੇ ਹੁੰਦੇ ਆ? 360 ਹੁੰਦੇ ਆ, ਇਹ ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਦੇਖੋ ਕੀ ਆ, ਮੈਥਸ ਦੀ ਕਾਲਮ ਨੇ ਜਿਹੜੀ ਕਿ ਕੁਆਡਰਿਕ ਇਕੁਏਸ਼ਨ ਦੇ ਵਿੱਚੋਂ ਆਏ ਨੇ। ਫਸਟ ਹੈਗਾ ਵਾ ਦੀ ਕੁਆਡਰਿਕ ਇਕੁਏਸ਼ਨ AX² plus BX plus C is equal to 0 has a real roots। ਤਾਂ ਇਹਦਾ ਆਨਸਰ ਕੀ ਆਏਗਾ? ਇਹ ਵਾਲੀ ਵੈਲਿਊ ਆਏਗੀ B is equal to A minus C greater than 0, ਇਹ ਯਾਦ ਤੁਸੀਂ ਰੱਖਣਾ ਵਾ। ਉਸ ਤੋਂ ਬਾਅਦ ਹੈ no real roots, ਤਾਂ ਇਹਦਾ ਆਨਸਰ ਹੈ B ਆਪਸ਼ਨ, B² minus A² less than 0, ਠੀਕ ਹੈ ਜੀ। ਉਸ ਤੋਂ ਬਾਅਦ ਹੈ 2 real and equal roots, ਤਾਂ ਇਹਦਾ ਆਨਸਰ ਆਏਗਾ A। ਇਹਦੇ ਵਿੱਚ ਕੀ ਹੋਏਗਾ? B² minus AC is equal to 0, ਯਾਨੀ ਕਿ ਇਹ 0 ਦੇ ਇਕੁਅਲ ਟੂ ਹੋਏਗਾ। ਉਸ ਤੋਂ ਬਾਅਦ ਦੇਖੋ ਕੀ ਆ, the geographical if the two lines are intersect in the one pair of the linear equation has been, ਤਾਂ ਇਹਦਾ ਮਤਲਬ ਕੀ ਆ ਵੀ ਇਹਦੇ ਵਿੱਚ ਕੀ ਹੋਏਗਾ? ਜੇਕਰ ਇੰਟਰਸੈਕਟ ਕਰਦੀ ਆਪਾਂ ਪਿਛਲੇ ਕਨਸੈਪਟ ਦੇ ਵਿੱਚ ਹੀ ਕੀਤਾ, ਤਾਂ ਉਹ ਕੀ ਹੋਏਗਾ? ਯੂਨੀਕ ਸੋਲੂਸ਼ਨ ਹੋਏਗਾ। ਉਹਦੇ ਵਿੱਚ ਕੁਛ ਨਾ ਕੁਛ ਦੋ ਵੈਲਿਊਜ਼ ਨਿਕਲ ਕੇ ਆਣਗੀਆਂ। ਉਸ ਤੋਂ ਬਾਅਦ ਹੈ ਇਫ ਦੀਆਂ 2 ਲਾਈਨਸ ਆਰ ਪੈਰਲਲ ਪੇਅਰਸ ਹੈਜ਼ ਬੀਨ, ਤੇ ਜੇਕਰ ਉਹ ਦੋ ਹੀ ਲਾਈਨਾਂ 'ਚ ਕੀ ਹੋ ਜਾਣਗੀਆਂ? ਇੱਕ ਦੂਜੇ ਦੇ ਪੈਰਲਲ ਨਿਕਲ ਜਾਣਗੀਆਂ, ਤਾਂ ਉਹ ਕੀ ਹੋਏਗਾ? ਉਹਦਾ ਮਤਲਬ ਹੁੰਦਾ ਨੋ ਸੋਲੂਸ਼ਨ, ਉਹਦਾ ਕੋਈ ਸੋਲੂਸ਼ਨ ਨਹੀਂ ਨਿਕਲ ਸਕਦਾ, ਨਾ ਅਸੀਂ ਉਹਨੂੰ ਕੱਢ ਸਕਦੇ ਹਾਂ। ਤਾਂ ਇਹ ਚੀਜ਼ ਯਾਦ ਰੱਖਣੀ ਆ ਵੀ ਜੇਕਰ ਦੋ ਲਾਈਨਾਂ ਪੈਰਲਲ ਨਿਕਲ ਜਾਣਗੀਆਂ ਤਾਂ ਉਹ ਕੀ ਹੋਣਗੀਆਂ? ਨੋ ਸੋਲੂਸ਼ਨ ਹੋਏਗਾ, ਉਹਨੂੰ ਕਦੀ ਮੈਚ ਹੀ ਨਹੀਂ ਕਰ ਸਕਦੇ। ਇਫ ਦੀਆਂ 2 ਲਾਈਨਸ ਆਰ contradictions and then their pairs of the linear equation has been, ਤਾਂ ਉਹਦੇ ਕਿੰਨੇ ਹੋਣਗੇ? ਤਾਂ ਉਹਦਾ ਆਨਸਰ ਹੋਏਗਾ ਵੀ ਜਿਹੜੇ ਇਹਦੇ ਪੇਅਰ ਹੋਣਗੇ ਉਹ ਕੀ ਹੋਣਗੇ? ਮੈਨੀ ਸੋਲੂਸ਼ਨ ਦੇ ਨਾਲ ਰਿਲੇਟ ਕਰਦੇ ਹੋਣਗੇ, ਜਾਣੀ ਕਿ ਇਹਦੇ ਵਿੱਚ ਕੀ ਨਿਕਲ ਕੇ ਆਉਣਗੇ? ਮੈਨੀ ਸੋਲੂਸ਼ਨ ਨਿਕਲ ਕੇ ਆਣਗੇ। ਤਾਂ ਉਸ ਤੋਂ ਬਾਅਦ ਦੇਖੋ ਕੀ ਆ,
ਰੀਅਲ ਨੰਬਰ ਦੱਸਣੇ ਆ। ਰੀਅਲ ਨੰਬਰ ਹੈਗਾ ਵਾ ax² ਪਲੱਸ bx ਪਲੱਸ c² ਇਜ਼ ਇਕੁਅਲ ਟੂ u ਇਫ ਦੇਅਰ ਜਿਹੜਾ a ਆ ਉਹ 0 ਹੋਵੇ ਤੇ c ਇਜ਼ ਨਾਟ ਇਕੁਅਲ ਟੂ 0 ਐਂਡ b ਤੇ c ਜਿਹੜੇ ਨੇ ਉਹ ਦੋ ਹੀ ਜਿਹੜੇ ਹੋਣਗੇ 0 ਦੇ ਨਹੀਂ ਬਰਾਬਰ ਹੋਣਗੇ ਤਾਂ c ਇਜ਼ ਅ ਰੀਅਲ ਨੰਬਰ। ਦਾ ਇਹ ਦੱਸਣਾ ਵਾ ਵੀ ਜਿਹੜਾ c ਆ ਉਹ ਕੀ ਹੋਏਗਾ, ਉਹ ਰੀਅਲ ਨੰਬਰ ਹੋਏਗਾ। ਤਾਂ ਦੇਖੋ ਇਹਦੇ ਵਿੱਚ ਅਸੀਂ ਕੀਤਾ ਸੀਗਾ ਵੀ ਦੋ ਜਿਹੜੇ ਹੁੰਦੇ ਆ ਰੀਅਲ ਨੰਬਰ ਹੋ ਸਕਦੇ ਆ ਤੇ ਉਹਨਾਂ ਦੇ ਇਕੁਅਲ ਰੂਟਸ ਹੋਣਗੇ। ਤਾਂ ਉਹਦੇ ਵਿੱਚ ਅਸੀਂ ਦੱਸਣਾ ਵੀ ਉਹ ਕਿਹੜੀ ਓਕੇਸ਼ਨ ਬਣੇਗੀ, ਲੀਨੀਅਰ ਓਕੇਸ਼ਨ ਬਣੇਗੀ ਜਾਂ ਫਿਰ ਕੁਆਡਰਿਕ ਓਕੇਸ਼ਨ ਬਣੇਗੀ। ਮੇਰੇ ਅਕੋਰਡਿੰਗ ਲੀਨੀਅਰ ਓਕੇਸ਼ਨ ਬਣੇਗੀ, ਦੈਨ ਸੈਕਿੰਡ ਜਿਹੜੀ ਆ ਉਹ ਕੁਆਡਰਿਕ ਓਕੇਸ਼ਨ ਬਣੇਗੀ। ਠੀਕ ਹੈ ਜੀ। ਉਸ ਤੋਂ ਬਾਅਦ ਚੱਲਦੇ ਹਾਂ ਮੈਥ ਦੀ ਕਾਲਮ ਜਿਹੜੇ ਅੱਗੇ ਨੇ ਸਾਡੇ ਕੋਲ। ਇਹਦੇ ਵਿੱਚ ਹੈ ਸਾਡੇ ਕੋਲ AP ਸੀਰੀਜ਼ ਦੇ ਵਿੱਚੋਂ ਅਰਥਮੈਟੀਕਲ ਵਾਲੇ ਵਿੱਚੋਂ। ਦੇਖੋ ਫਸਟ ਹੈਗਾ ਵਾ a ਪਲੱਸ d a ਪਲੱਸ 2d। ਤਾਂ ਇਹਦੇ ਵਿੱਚ ਦੱਸਣਾ ਵੀ ਅੱਗੇ ਨੈਕਸਟ ਜਿਹੜੀ ਸੀਰੀਜ਼ ਹੋਏਗੀ ਉਹ ਕੀ ਬਣੇਗੀ। ਤਾਂ ਉਹਦੀ ਜਿਹੜੀ ਨੈਕਸਟ ਹੋਏਗੀ ਇਹ ਕੀ ਆ, ਜਰਨਲ ਫਾਰਮ ਆ ਕਿਹਦੀ, ਐਨਾ AP ਦੀ। ਇਹ ਯਾਦ ਰੱਖਣਾ AP ਬਣਾਉਣ ਦੀ ਇਹ ਜਰਨਲ ਫਾਰਮ ਆ। ਉਸ ਤੋਂ ਬਾਅਦ ਆ ਜਿਹੜਾ ਫਾਰਮੂਲਾ ਵਾ ਇਹ ਸਾਨੂੰ ਸਭ ਨੂੰ ਪਤਾ ਵੀ ਇਹ ਸਮ ਦਾ ਫਾਰਮੂਲਾ ਵਾ। ਤਾਂ ਇਹ ਅਸੀਂ ਦੱਸਣਾ ਵਾ ਵੀ ਇਹ ਕਿਹੜੇ ਵੈਲਿਊ ਨਾਲ ਰਿਲੇਟ ਕਰਦਾ। ਤਾਂ ਇਹ ਰਿਲੇਟ ਕਰਦਾ ਦੀ ਸਮ ਆਫ ਦੀ ਫਸਟ n ਆਫ ਦੀ AP। ਉਸ ਤੋਂ ਬਾਅਦ ਹੈ Sn ਇਜ਼ ਇਕੁਅਲ ਟੂ n ਪਲੱਸ 1 ਓਵਰ 2। ਤਾਂ ਇਹ ਕਿਹਦੇ ਨਾਲ ਆਨਸਰ ਰਿਲੇਟ ਕਰਦਾ ਵਾ ਦੀ ਸਮ ਆਫ ਦੀ ਫਸਟ n ਪੋਜ਼ਿਟਿਵ ਇੰਟੀਗ੍ਰੇਟ। ਉਸ ਤੋਂ ਬਾਅਦ ਦੇਖੋ ਕੀ ਆ, nth ਟਰਮ ਆਫ 2 ਦੀ AP ਦੀ ਜਿਹੜੀ nth ਟਰਮ ਹੁੰਦੀ ਆ ਉਹਨੂੰ ਕੀ ਕਿਹਾ ਜਾਂਦਾ ਵਾ, ਉਹਨੂੰ ਕੱਢਣ ਦਾ ਫਾਰਮੂਲਾ ਆ ਪਿਆ ਜੀ an ਇਜ਼ ਇਕੁਅਲ ਟੂ a ਪਲੱਸ n ਮਾਈਨਸ 1 ਇਜ਼ ਇਕੁਅਲ ਟੂ d। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਕੀ ਆ, ਵੈਲਿਊ ਦੱਸਣੀ ਹੈ। ਇਸ ਤੋਂ ਬਾਅਦ ਕੀ ਆ, ਪਹਿਲਾਂ ਤਾਂ ਇਹਦਾ ਡਿਫਰੈਂਸ ਕੱਢ ਲਓ ਕਿੰਨੇ ਕਿੰਨੇ ਦਾ ਵਾ। 2 ਤੋਂ 7 ਦਾ 5 ਦਾ ਡਿਫਰੈਂਸ ਆ, ਫਿਰ 7 ਤੋਂ 5 ਦਾ ਡਿਫਰੈਂਸ ਆ। ਤਾਂ ਉਦੋਂ ਬਾਅਦ 12 ਤੋਂ ਬਾਅਦ 5 ਦਾ ਡਿਫਰੈਂਸ ਹੋਏਗਾ ਤਾਂ ਕੀ ਆਏਗਾ, ਜੀ ਆਨਸਰ ਆਏਗਾ ਯਾਨੀ ਕਿ 70। ਠੀਕ ਹੈ। ਇਸੇ ਤਰੀਕੇ ਨਾਲ ਅੱਗੇ ਆ 21 ਤੋਂ 18 ਹੋ ਗਿਆ, 18 ਤੋਂ 15 ਹੋ ਗਿਆ ਯਾਨੀ ਕਿ -3 ਹੋ ਰਿਹਾ ਵਾ। ਤਾਂ ਇਹਦੇ ਵਿੱਚੋਂ ਵੀ ਮਾਈਨਸ ਕਰਕੇ ਕੀ ਆਨਸਰ ਆਏਗਾ, ਕਿੰਨਾ ਆਨਸਰ ਆਏਗਾ 12। ਉਸ ਤੋਂ ਬਾਅਦ AP ਜਿਹੜਾ ਹੈ -5 -2 ਯਾਨੀ ਕਿ ਹੁਣ ਇੱਥੇ ਜਿਹੜੀ ਵੈਲਿਊ ਹੋਏਗੀ, ਜਿਹੜਾ ਡਿਫਰੈਂਸ ਆ ਉਹ 4 ਦਾ ਪਲੱਸ ਦਾ ਡਿਫਰੈਂਸ ਆ ਯਾਨੀ ਕਿ ਇਸ ਤੋਂ ਬਾਅਦ F ਆਨਸਰ ਆਏਗਾ ਕਿੰਨਾ ਆਏਗਾ 11। ਠੀਕ ਹੈ। 4 ਦਾ ਡਿਫਰੈਂਸ ਆ ਜਦੋਂ ਤੁਸੀਂ ਚੈੱਕ ਕਰੋ, ਅਸੀਂ ਕਰ ਦਿੰਦੇ ਹਾਂ ਸੈਕਿੰਡ ਟਰਮ ਮਾਈਨਸ ਫਸਟ ਟਰਮ, ਇਦਾਂ ਹੀ ਕਰਦੇ ਹੁੰਦੇ। ਤੇ ਇਹਦਾ ਸਾਈਨ ਤਾਂ ਮਾਈਨਸ ਮਾਈਨਸ ਕੀ ਹੋ ਜਾਣਗੇ, ਪਲੱਸ ਹੋ ਜਾਣਗੇ। 6 ਦੇ ਵਿੱਚੋਂ 1 ਕੱਢਿਆ ਤਾਂ ਕਿੰਨਾ ਆਨਸਰ ਆਇਆ 4 ਯਾਨੀ ਕਿ ਪੋਜ਼ਿਟਿਵ ਵੈਲਿਊ 4 ਆ। ਤਾਂ ਅਸੀਂ 4 ਦਾ ਡਿਫਰੈਂਸ ਲੈ ਕੇ ਚੱਲਣਾ ਵਾ। ਉਸ ਤੋਂ ਬਾਅਦ ਹੈ 8th ਦੱਸਣਾ ਵੀ ਉਹ ਹੈ ਨਾ AP 4 ਤੋਂ 2 ਤੋਂ 4 ਹੋਇਆ ਯਾਨੀ ਕਿ 2 ਦਾ ਡਿਫਰੈਂਸ ਚੱਲ ਰਿਹਾ ਵਾ। ਦੈਨ ਉਸ ਤੋਂ ਬਾਅਦ ਅਸੀਂ ਦੱਸਣੀ ਆ ਵੀ ਇਹਦੀ ਵੈਲਿਊ ਕੀ ਬਣੇਗੀ, 8th ਦੀ ਕੀ ਵੈਲਿਊ ਬਣੇਗੀ ਉਹ ਤੁਸੀਂ ਦੱਸਣੀ ਆ ਵੀ ਇਹਦੇ ਵਿੱਚ ਕਿੰਨੀ ਵੈਲਿਊ ਜਿਹੜੀ ਆ ਉਹ ਬਣ ਕੇ ਆ ਰਹੀ ਆ। ਠੀਕ ਹੈ ਜੀ। ਕੀ ਇਹ AP ਹੈ ਕਿ ਨਹੀਂ ਹੈ ਇਹ ਵੀ ਤੁਸੀਂ ਦੱਸਣਾ ਵਾ। ਤਾਂ ਇਹ ਕੀ ਆ, ਐਨਾ AP, ਇਹ AP ਹੈ ਵੀ ਇਹਦੇ ਵਿੱਚ ਵੈਲਿਊ ਬਣ ਰਹੀ ਆ। ਦੈਨ ਉਸ ਤੋਂ ਬਾਅਦ ਸਾਨੂੰ ਦਿੱਤਾ ਹੋਇਆ ਵਾ 1 4 8 13 ਐਨਾ AP। ਇਹ ਦੱਸਣਾ ਵਾ ਵੀ ਇਹ AP ਹੈ ਕਿ ਨਹੀਂ ਹੈ 9th ਦੇ ਵਿੱਚ। ਤਾਂ ਉਹਦਾ ਆਨਸਰ ਹੈ, ਪਹਿਲਾਂ ਤਾਂ ਇਹ ਚੈੱਕ ਕਰੋ ਵੀ ਇਹਦਾ ਜਿਹੜਾ ਕਾਮਨ ਡਿਫਰੈਂਸ ਬਣ ਰਿਹਾ। ਦੇਖੋ ਜੀ 1 ਤੋਂ 4 3 ਦਾ ਡਿਫਰੈਂਸ ਆ, ਫਿਰ 4 ਤੋਂ 8 4 ਦਾ ਡਿਫਰੈਂਸ ਆ, ਫਿਰ 3 ਤੋਂ 8 13 ਤੱਕ 5 ਦਾ ਡਿਫਰੈਂਸ ਹੈ ਯਾਨੀ ਕਿ ਕੋਈ ਕਾਮਨ ਡਿਫਰੈਂਸ ਹੈ ਨਹੀਂ। ਤਾਂ ਇਸ ਕਰਕੇ ਇਹਦਾ ਆਨਸਰ ਕੀ ਆਏਗਾ, ਇਟ ਇਜ਼ ਨਾਟ ਅ AP, ਵੀ ਉਹ AP ਨਹੀਂ ਹੈਗਾ। ਉਸ ਤੋਂ ਬਾਅਦ ਤੁਸੀਂ ਇਹਦੀ ਫਸਟ ਟਰਮ ਦੱਸਣੀ ਹੈ ਵੀ ਇਹਦੇ ਵਿੱਚ ਫਸਟ ਟਰਮ ਕਿਹੜੀ ਹੁੰਦੀ ਹੈ, ਜਿਹੜੀ ਸਭ ਤੋਂ ਫਰੰਟ ਦੇ ਉੱਤੇ ਪਈ ਹੁੰਦੀ ਹੈ ਉਹੀ ਫਸਟ ਟਰਮ ਹੁੰਦੀ ਹੈ। ਤਾਂ ਕਿੰਨੀ ਆ 3 ਆ। ਤੇ ਇਹਦੇ ਵਿੱਚ ਦੱਸਣਾ ਵੀ ਕਾਮਨ ਡਿਫਰੈਂਸ ਕਿੰਨਾ ਵਾ। ਹੁਣੀ ਆਪਾਂ ਦੇਖਿਆ ਸੀ ਵੀ ਸੈਕਿੰਡ ਟਰਮ ਮਾਈਨਸ ਫਸਟ ਟਰਮ ਦੇ ਨਾਲ ਜੋ ਮਾਈਨਸ ਲੱਗਿਆ ਉਹ ਤਾਂ ਲਾਉਣਾ ਹੀ ਲਾਉਣਾ ਵਾ। 1 ਪਲੱਸ ਮਾਈਨਸ ਪਲੱਸ ਹੋ ਗਏ 5 ਦੇ ਵਿੱਚੋਂ 1 ਮਾਈਨਸ ਕੀਤਾ ਤਾਂ ਕਿੰਨਾ ਆਨਸਰ ਆਇਆ 4। ਤਾਂ ਇਸ ਦਾ ਮਤਲਬ ਕੀ ਆ, ਇਹਦਾ ਡਿਫਰੈਂਸ ਕੀ ਹੋਏਗਾ, ਕਾਮਨ ਡਿਫਰੈਂਸ 4 ਹੋਏਗਾ। ਤਾਂ ਇਹ ਰਾਈਟ ਆਨਸਰ ਬਣ ਜਾਂਦਾ ਵਾ। ਉਸ ਤੋਂ ਬਾਅਦ ਅੱਗੇ ਚੱਲਦੇ ਆ। ਦੇਖੋ ਹੁਣ ਜਿਹੜੇ ਨੈਕਸਟ MCQ ਬੇਸਡ ਜਿਹੜੇ ਕੁਐਸਚਨਸ ਨੇ ਉਹ ਤੁਹਾਡੇ ਲਈ ਬਣ ਕੇ ਆ ਰਹੇ ਨੇ। ਤੇ 6th ਚੈਪਟਰ ਦੇ ਵਿੱਚੋਂ ਲਿਆ ਗਿਆ ਵਾ। ਦੇਖੋ ਆਲ ਸਕੁਅਰਸ ਆਰ ਡੈਸ਼। ਤਾਂ ਇਹਦੇ ਵਿੱਚ ਆਨਸਰ ਕਰਨਾ ਵੀ ਕੀ ਹੋਏਗਾ। ਫਿਰ ਉਸ ਤੋਂ ਬਾਅਦ ਹੈ ਸੈਕਿੰਡ ਆਲ ਡੈਸ਼ ਟ੍ਰਾਇੰਗਲਸ ਆਰ ਸਿਮਿਲਰ। ਤਾਂ ਉਹ ਵੀ ਦੱਸਣਾ ਵਾ ਤੁਸੀਂ। ਤੇ ਫਿਰ ਤੁਹਾਨੂੰ ਆਹ ਦੋ ਟ੍ਰਾਇੰਗਲਸ ਦਿੱਤੀਆਂ ਗਈਆਂ ਨੇ, ਬੋਥ ਆਰ ਕਿਹੜੀਆਂ ਟ੍ਰਾਇੰਗਲਸ ਨੇ ਤਾਂ ਇਹ ਤੁਸੀਂ ਦੱਸਣਾ ਵਾ। ਉਸ ਤੋਂ ਬਾਅਦ ਦੇਖੋ ਮੈਥ ਦੀ ਕਾਲਮ ਕਰਨੇ ਆ। ਇੰਡੀਆ ਰਾਈਟ ਐਂਗਲ ਟ੍ਰਾਇੰਗਲਸ ਕੀ ਚੀਜ਼ਾਂ ਹੁੰਦੀਆਂ ਨੇ ਜਾਂ ਕਿਹੜੀ ਟ੍ਰਾਇੰਗਲ ਹੁੰਦੀ ਆ। ਤੇ ਆ ਤੁਹਾਨੂੰ ਫਾਰਮੂਲਾ ਦੱਸਿਆ ਗਿਆ ਤੇ ਕਾਹਦਾ ਫਾਰਮੂਲਾ ਵਾ। ਉਸ ਤੋਂ ਬਾਅਦ ਹੈ A ਇਜ਼ ਅ ਸਿਮਿਲਰ ਟੂ PQR। ਇਹ ਤੁਸੀਂ ਦੱਸਣਾ ਵਾ ਕਿੱਦਾਂ ਪ੍ਰੂਫ ਹੋ ਸਕਦਾ। ਦੈਨ ਦੱਸਿਆ ਇਫ ਦੀ ਸਾਈਡਸ ਆਫ ਦੀ ਸਿਮਿਲਰ ਟ੍ਰਾਇੰਗਲਸ ਰੇਸ਼ੋ 4 3 ਦੈਨ ਦੀ ਏਰੀਆਜ਼ ਆਫ ਦੀ ਰੇਸ਼ੋ। ਉਹ ਤੁਸੀਂ ਦੱਸਣਾ ਵੀ ਉਹਦੇ ਏਰੀਏ ਦੇ ਰੇਸ਼ੋ ਕੀ ਬਣੇਗਾ। ਉਸ ਤੋਂ ਬਾਅਦ ਹੈ ਇਫ ਦੀ
ਏਰੀਆਜ਼ ਆਫ ਦੀਆਂ ਟੂ ਸਿਮਿਲਰ ਟ੍ਰਾਇੰਗਲ ਰੇਸ਼ੋ ਇੰਨੀ ਆ ਤਾਂ ਉਹਦੀ ਸਾਈਡ ਦੱਸਣੀ ਆ ਟ੍ਰਾਇੰਗਲ ਦੀ ਕਿੰਨੀ ਹੋਏਗੀ, ਤਾਂ ਇਹਦੇ ਵਿੱਚੋਂ ਮੈਚ ਕਰਨੇ ਆ। ਉਸ ਤੋਂ ਬਾਅਦ 7th ਜਿਹੜਾ ਚੈਪਟਰ ਆ ਜਿਹਦੇ ਵਿੱਚ ਅਸੀਂ ਡਿਸਟੈਂਸ ਫਾਰਮੂਲਾ ਤੇ ਸੈਕਸ਼ਨਲ ਫਾਰਮੂਲਾ ਲੱਗਦਾ ਵਾ ਉਹ ਦੱਸਣਾ ਵਾ। ਪਹਿਲਾਂ ਡਿਸਟੈਂਸ ਫਾਰਮੂਲੇ ਵਾਲੇ ਨੇ ਉਹਨਾਂ ਨੇ ਪੁੱਛਿਆ ਦੀ ਡਿਸਟੈਂਸ ਬਿਟਵੀਨ ਟੂ ਦੀ ਆ ਪੁਆਇੰਟ ਆਫ ਪੀ x1 y1 x2 y2, ਤਾਂ ਇਹਦੇ ਵਿੱਚ ਕੀ ਹੋਏਗਾ ਉਹਦਾ ਫਾਰਮੂਲਾ। ਉਸ ਤੋਂ ਬਾਅਦ ਹੈ ਜੀ ਕੋਆਰਡੀਨੇਟ ਕੱਢਣੇ ਆ, ਇਹਦੇ ਵਿੱਚ ਮਿਡ ਪੁਆਇੰਟ ਕੀ ਹੋਏਗਾ ਇਹਦਾ। ਉਸ ਤੋਂ ਬਾਅਦ ਹੈ ਦੀਆਂ ਕੋਆਰਡੀਨੇਟਸ ਆਫ ਦੀਆਂ ਮਿਡ ਪੁਆਇੰਟਸ ਆਰ, ਇਹ ਦੱਸਣੇ ਆ। ਫਿਰ ਡਿਸਟੈਂਸ ਫਾਰਮੂਲਾ ਫਰੋਮ ਦੀ ਓਰੀਜਨ ਇਹ ਦੱਸਣਾ ਵਾ। ਦੈਨ ਉਸ ਤੋਂ ਬਾਅਦ ਹੈ ਸਾਡੇ ਕੋਲ ਡਿਸਟੈਂਸ ਬਿਟਵੀਨ ਦੀ ਪੁਆਇੰਟ ਹੈ ਦਿਸ ਐਂਡ ਦਿਸ, ਇਹਦਾ ਆਨਸਰ ਤੁਸੀਂ ਕਰਕੇ ਦੱਸਣਾ ਵਾ। ਉਸ ਤੋਂ ਬਾਅਦ ਮੈਸੀ ਕਾਲਮ ਨੇ ਟ੍ਰਿਗਨੋਮੈਟਰੀ ਦੇ ਵਿੱਚੋਂ ਬੜੇ ਇੰਪੋਰਟੈਂਟ ਨੇ ਇਹ, ਵੈਸੇ ਟੇਬਲ ਬੇਸਡ ਨੇ ਵੀ ਸਾਈਨ 30 ਦੀ ਵੈਲਿਊ ਕਿੰਨੀ ਆਏਗੀ, ਸਾਈਨ ਸਕੇਅਰ 30 ਪਲੱਸ ਕਾਸ ਸਕੇਅਰ 30 ਦਾ ਵੈਲਿਊ ਕਿੰਨੀ ਆਏਗੀ। ਉਸ ਤੋਂ ਬਾਅਦ ਕੀ ਹੋਏਗਾ ਕਾਸ ਸਕੇਅਰ 45 ਦੀ ਵੈਲਿਊ ਕਿੰਨੀ ਆਏਗੀ, ਸਾਈਨ 60 ਦੀ ਵੈਲਿਊ ਕਿੰਨੀ ਆਏਗੀ, ਸਾਈਨ 90 ਦੀ ਵੈਲਿਊ ਕਿੰਨੀ ਆਏਗੀ। ਫਿਰ ਉਸ ਤੋਂ ਬਾਅਦ ਸੀਕੈਂਟ 45 ਦੀ ਵੈਲਿਊ ਕਿੰਨੀ ਆਏਗੀ, ਤੇ ਟੈਨ 30 ਦੀ ਵੈਲਿਊ ਕਿੰਨੀ ਆਏਗੀ, ਇਹ ਤੁਸੀਂ ਦੱਸਣੀ ਹੈ। ਉਸ ਤੋਂ ਬਾਅਦ ਦੇਖੋ ਮੈਥ ਦੀ ਕਾਲਮ ਆ, ਫਿਰ ਮੈਥ ਦੀ ਕਾਲਮ ਕਰਨੇ ਆ ਵੀ ਸਾਈਨ ਸਕੇਅਰ 2 ਥੀਟਾ ਪਲੱਸ ਕਾਸ ਸਕੇਅਰ ਥੀਟਾ ਕੀ ਹੋਏਗਾ, ਕਾਸ ਸੀਕੈਂਟ ਸਕੇਅਰ ਥੀਟਾ ਕੀ ਹੋਏਗਾ, ਸੀਕੈਂਟ ਥੀਟਾ ਕੀ ਹੋਏਗਾ, ਸੀਕੈਂਟ ਏ ਥੀਟਾ ਕੀ ਹੋਏਗਾ, ਸਾਈਨ 90 ਮਾਈਨਸ ਏ ਐਂਗਲ ਕੀ ਹੋਏਗਾ, ਟੈਨ 90 ਮਾਈਨਸ ਏ ਕੀ ਹੁੰਦਾ ਵਾ, ਟੈਨ ਏ ਕੀ ਹੋਏਗਾ, ਜਾਂ ਸਾਈਨ ਥੀਟਾ ਕੀ ਹੋਏਗਾ। ਉਸ ਤੋਂ ਬਾਅਦ ਤੇ ਦੱਸਣਾ ਵਾ ਵੀ ਟੈਨ ਦਾ ਕੀ ਬਣਦਾ ਹੁੰਦਾ, ਟੈਨ ਕਿਸ ਤਰੀਕੇ ਨਾਲ ਬਣਦਾ ਵਾ, ਤੇ ਫਿਰ ਉਸ ਤੋਂ ਬਾਅਦ ਕਾਟ ਕਿੱਦਾਂ ਬਣਦਾ ਹੁੰਦਾ ਵਾ, ਦੈਨ ਕਾਸ ਸੀਕੈਂਟ ਕਿੱਦਾਂ ਬਣਦਾ, ਤੇ ਸੀਕੈਂਟ ਕਿਸ ਤਰੀਕੇ ਨਾਲ ਬਣਦਾ ਵਾ। ਇਹਦੇ ਵਿੱਚ ਜਿਹੜੇ ਆ ਫਾਰਮੂਲੇ ਨੇ ਤੁਸੀਂ ਇਹਨਾਂ ਨੂੰ ਮੈਚ ਕਰਨਾ ਵਾ। ਉਸ ਤੋਂ ਬਾਅਦ ਤੁਹਾਡੇ ਕੋਲ ਮੈਥ ਦੀ ਕਾਲਮ ਨੇ 10th ਚੈਪਟਰ ਦੇ ਵਿੱਚ ਸਰਕਲ ਹੈਵ ਅ ਡੈਸ਼ ਟੇਂਜੈਂਟ ਐਂਡ ਅ ਟੇਂਜੈਂਟ ਆਫ ਅ ਸਰਕਲ ਇਜ਼ ਟੱਚ ਦੀ ਅ ਸਰਕਲ ਐਟ ਦੀ ਅ ਪੁਆਇੰਟ, then the line which was the intersect the circles at the 2 point is called dash, then ਹੈਗਾ the circle can have a dash parallel tangent, then ਹੈਗਾ ਵਾ the common points of to the tangent of the circles or a circle is called dash, ਤਾਂ ਇਹ ਤੁਸੀਂ ਆਨਸਰ ਕਰਨੇ ਆ। ਉਸ ਤੋਂ ਬਾਅਦ ਹੈ 12th ਚੈਪਟਰ ਦੇ ਵਿੱਚ ਜਿਹੜੇ MCQ ਨੇ ਉਹਨਾਂ ਨੂੰ ਡੀਲ ਕੀਤੀ ਗਈ ਆ, ਠੀਕ ਹੈ ਜੀ। ਵੈਸੇ ਤਾਂ ਆਨਸਰ ਵੀ ਅਪਲੋਡ ਹੋ ਚੁੱਕੇ ਨੇ, ਤਾਂ ਉਹ ਗਲਤੀ ਨਾਲ ਹੋ ਗਏ, ਤਾਂ ਤੁਸੀਂ ਇਹ ਕਰਨਾ ਵਾ। ਚੈਪਟਰ ਵੀ ਇਹ ਬਹੁਤ ਇੰਪੋਰਟੈਂਟ ਹੈ, ਇਹਦੇ ਵਿੱਚ MCQ ਆ ਜਾਂਦਾ। ਏਰੀਆ ਆਫ ਸੈਕਟਰ ਦਾ ਤੁਸੀਂ ਫਾਰਮੂਲਾ ਦੱਸਣਾ, ਲੈਂਥ ਆਫ ਦੀ ਆਰਕ ਦਾ ਫਾਰਮੂਲਾ ਤੁਸੀਂ ਦੱਸਣਾ ਵਾ, ਸਰਕਮਫਰੈਂਸ ਆਫ ਦੀ ਸਰਕਲ ਉਹ ਤੁਸੀਂ ਦੱਸਣਾ ਵਾ। ਦੈਨ ਉਸ ਤੋਂ ਬਾਅਦ ਜਿਹੜਾ ਇਹ ਮੋਸਟ ਇੰਪੋਰਟੈਂਟ ਚੈਪਟਰ ਹੈ 4 ਮਾਰਕਸ ਦੇ ਜਿਹੜੇ ਤੁਹਾਡੇ MCQ ਹਮੇਸ਼ਾ ਇਹਦੇ ਵਿੱਚੋਂ ਬਣ ਕੇ ਆਉਣਗੇ। ਕੁਐਸਚਨ ਦੇ ਨਾਲ ਆਪਸ਼ਨ ਵੀ ਆਏਗੀ ਤੁਹਾਨੂੰ, ਜਾਂ ਤਾਂ ਸਮ ਸੋਲਵ ਕਰੋ ਜਾਂ ਫਾਰਮੂਲੇ ਨੂੰ ਟਿਕ ਕਰੋ, ਜਿਵੇਂ ਟੋਟਲ ਸਰਫੇਸ ਏਰੀਆ ਆਫ ਦੀ ਸਿਲੰਡਰ, ਵੋਲੀਅਮ ਆਫ ਦੀ ਸਿਲੰਡਰ, ਟੋਟਲ ਸਰਫੇਸ ਏਰੀਆ ਆਫ ਦੀ ਕੋਨ, ਦੈਨ ਉਸ ਤੋਂ ਬਾਅਦ ਹੈਗਾ ਏਰੀਆ ਆਫ ਟੂ ਦੀ ਸਰਕਲ। ਤਾਂ ਇਹ ਤੁਸੀਂ ਆਨਸਰ ਜਿਹੜੇ ਆ ਉਹ ਕਰਨੇ ਹੋਣਗੇ। ਇਸ ਦੀ ਗੱਲ ਦਾ ਸੈਸ਼ਨ ਆਈ ਹੋਪ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਏਗਾ, ਤੇ ਸੈਸ਼ਨ ਦੇ ਵਿੱਚ ਜਿਹੜੇ MCQ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਤਾਂ ਤੁਸੀਂ ਇਹਨਾਂ ਸਾਰਿਆਂ ਨੂੰ ਆਨਸਰ ਕਰਨ ਦੀ ਕੋਸ਼ਿਸ਼ ਕਰਨੀ ਹੈ, ਟਰਾਈ ਕਰਨਾ ਵੀ ਇਹਦੇ ਆਨਸਰ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਜਿਹੜੇ ਨੇ ਅਪਲੋਡ ਕੀਤੇ ਜਾਣ, ਤੇ ਜਿੰਨੇ ਜਲਦੀ ਤੁਸੀਂ ਕਮੈਂਟ ਕਰੋਗੇ ਉਨੀ ਜਲਦੀ ਹੀ ਮੈਂ ਜਿਹੜਾ ਨਵਾਂ ਸੈਸ਼ਨ ਆ ਉਹ ਜ਼ਿਆਦਾ ਬਣਾ ਕੇ ਤੁਹਾਨੂੰ ਦਊਂਗਾ। ਤੇ ਇਸੇ ਤਰੀਕੇ ਨਾਲ ਇਹ ਜਿਹੜੀ ਸੀਰੀਜ਼ ਆ ਉਹ ਐਵੇਂ ਕੰਟੀਨਿਊ ਚੱਲਦੀ ਰਹੇਗੀ। ਮੈਥ ਸਾਇੰਸ SST ਇੰਗਲਿਸ਼ ਇਹਨਾਂ ਦੀ ਸੀਰੀਜ਼ ਜਿਹੜੀਆਂ ਐਵੇਂ ਚੱਲਦੀਆਂ ਰਹਿਣਗੀਆਂ, ਤੇ ਤੁਸੀਂ ਇਹਨਾਂ ਦੇ ਵਿੱਚ ਐਵੇਂ ਵਰਕ ਕਰਦੇ ਰਹਿਣਾ ਵਾ, ਤੇ ਜਿੰਨੀ ਜ਼ਿਆਦਾ ਤੁਸੀਂ ਜ਼ਿਆਦਾ ਵਰਕ ਇੰਪਰੂਵਮੈਂਟ ਕਰੋਗੇ ਉਨੀ ਹੀ ਜਲਦੀ ਤੁਸੀਂ ਕੀ ਆ ਜਿਹੜੀ ਮੈਥਮੈਟਿਕਸ ਦੇ ਵਿੱਚ ਜਿਹੜੀਆਂ ਤੁਹਾਡੀ ਪ੍ਰੋਬਲਮ ਸੀ ਉਹਨੂੰ ਸੌਰਟ ਆਊਟ ਹੋ ਸਕਣਗੀਆਂ। ਤੇ ਜੇਕਰ ਫਿਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਰਹਿੰਦੀ ਆ ਤਾਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਵਾ, ਤੇ ਮੈਂ ਇਸੇ ਤਰੀਕੇ ਨਾਲ ਤੁਹਾਡੇ ਲਈ ਸੈਸ਼ਨ ਜਿਹੜੇ ਆ ਉਹ ਕੰਡਕਟ ਕਰਦਾ ਰਹੂੰਗਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।